Religion Outlook। ਅੱਜ 11 ਮਾਰਚ 2022 ਦਾ ਦਿਨ ਹੈ। ਕੱਲ੍ਹ ਦੇ ਦਿਨ ਤੇ ਪਿਛਲੇ ਮਹੀਨੇ ਪਈਆਂ ਪੰਜਾਬ ਦੇ ਵਿੱਚ ਚੋਣਾਂ ਦੇ ਨਤੀਜੇ ਆਏ ਤੇ ਪੰਜਾਬ ਦੇ ਵਿੱਚ ਤਬਦੀਲੀ ਦਾ ਸੂਰਜ ਚੜ੍ਹਿਆ। ਹੰਕਾਰ, ਗੁੰਡਾਗਰਦੀ, ਲਾਲਚ, ਫਰੇਬ, ਠੱਗੀ ਤੇ ਹੋਰ ਪਤਾ ਨਹੀਂ ਕੀ ਹਾਰ ਗਿਆ। ਜੋ ਗੁਰੂ ਦੇ ਲੜ ਲੱਗੇ ਨੇ ਉਹਨਾਂ ਨੂੰ ਪ੍ਰਮਾਤਮਾ ਦਾ ਨਿਆਂ ਵੀ ਕਿਤੇ ਕਿਤੇ ਨਜ਼ਰ ਆਇਆ। ਗੁਰਬਾਣੀ ਦੇ ਵਿੱਚ ਅਸੀਂ ਪ੍ਰਮਾਤਮਾ ਦੇ ਨਿਆਂ ਦੀ ਗੱਲ ਕਈ ਵਾਰ ਪੜ੍ਹਦੇ ਹਾਂ। ਉਹ ਨਿਆਂ ਸਾਨੂੰ ਨਜ਼ਰ ਆਇਆ। ਜਿਨ੍ਹਾਂ ਨੇ ਪਿਛਲੇ ਬਹੁਤ ਸਮੇਂ ਦੇ ਦੌਰਾਨ ਬਹੁਤ ਹੀ ਜ਼ਿਆਦਾ ਧੱਕੇਸ਼ਾਹੀ ਪੰਜਾਬ ਦੇ ਨਾਲ, ਪੰਜਾਬ ਦੇ ਲੋਕਾਂ ਦੇ ਨਾਲ ਕੀਤੀ ਸੀ, ਆਖਿਰ ਕੱਲ੍ਹ ਉਹ ਹਾਰ ਗਏ ਤੇ ਇਸ ਵਕਤ ਉਹਨਾਂ ਦੀਆਂ ਮਾਨਸਿਕ ਸਥਿਤੀਆਂ ਦਾ ਅੰਦਾਜ਼ਾ ਹੀ ਲਗਾਇਆ ਜਾ ਸਕਦਾ। ਹਾਲਾਂਕਿ ਅਸੀਂ ਕਿਸੇ ਵੀ ਇੱਕ ਪਾਰਟੀ ਨੂੰ ਖਾਸ ਜਾਂ ਵਧੀਆ ਨਹੀਂ ਸਮਝਦੇ, ਪਰ ਇੱਕ ਤਬਦੀਲੀ ਪੰਜਾਬ ਦੇ ਲੋਕਾਂ ਨੇ ਜ਼ਰੂਰ ਲੈ ਕੇ ਆਂਦੀ ਹੈ ਤੇ ਉਮੀਦ ਕਰਦੇ ਹਾਂ ਕਿ ਇਹ ਤਬਦੀਲੀ ਉਹਨਾਂ ਦੇ ਹੱਕ ਵਿੱਚ ਭੁਗਤੇਗੀ। ਵਧਾਈ ਦੇ ਪਾਤਰ ਹਨ ਸਾਰੇ ਹੀ ਪੰਜਾਬ ਦੇ ਲੋਕ, ਸਮੁੱਚੀ ਦੁਨੀਆ ਦੇ ਵਿੱਚ ਵਸਦੇ ਹੋਏ ਪੰਜਾਬੀਓ। ਜੇ ਤੁਸੀਂ ਇਸ ਵੀਡੀਓ ਨੂੰ ਸੁਣ ਰਹੇ ਹੋ ਤੇ ਸਾਡੇ ਵੱਲੋਂ ਵਧਾਈ ਕਬੂਲ ਕਰੋ। ਤੇ ਹੁਣ ਆਪਾਂ ਬਹੁਤਾ ਸਮਾਂ ਨਾ ਲੈਂਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦੇ ਅੰਗ ਦੀ ਬਾਣੀ ਦੇ ਵਿੱਚ ਸਾਨੂੰ 2 ਸਵਾਲਾਂ ਦੇ ਉੱਤਰ ਮਿਲਣੇ ਨੇ। 2 ਪ੍ਰਮੁੱਖ ਸਵਾਲ ਨੇ ਤੇ ਦੋਨਾਂ ਦੇ ਨਾਲ ਜੁੜਦੇ ਹੀ 2 ਹੋਰ ਸਵਾਲ ਵੀ ਨੇ। ਪਹਿਲਾ ਪ੍ਰਮੁੱਖ ਸਵਾਲ ਇਹ ਹੈ ਕਿ ਵਿਕਾਰਾਂ ਦੇ ਵਿੱਚ ਡਿੱਗਣ ਦਾ, ਮਾਇਆ ਦੇ ਮੋਹ ਵਿੱਚ ਫਸਣ ਦਾ ਜੋ ਸਿਲਸਿਲਾ ਹੈ ਇਨਸਾਨ ਦੇ ਲਈ ਕਦੋਂ ਤੱਕ ਚੱਲਦਾ ਰਹਿੰਦਾ, ਇਹ ਸਬੱਬ ਕਦੋਂ ਤੱਕ ਬਣਿਆ ਰਹਿੰਦਾ ਹੈ। ਤੇ ਇਹਦੇ ਨਾਲ ਮਿਲਦਾ ਜੋ ਸਵਾਲ ਹੈ ਉਹ ਇਹ ਹੈ ਕਿ ਸਬੱਬ ਦੂਰ ਕਿਵੇਂ ਹੁੰਦਾ ਹੈ। ਦੂਸਰਾ, ਅਸੀਂ ਦੁਖੀ ਕਦੋਂ ਤੱਕ ਹੋਏ ਰਹਿੰਦੇ ਹਾਂ, ਕੀ ਤਬਦੀਲੀ ਆਉਣੀ ਜ਼ਰੂਰੀ ਹੈ ਜਿਹੜੀ ਸਾਨੂੰ ਦੁੱਖਾਂ ਦੇ ਵਿੱਚੋਂ ਬਾਹਰ ਕੱਢੇ। ਤੇ ਇਹਦੇ ਨਾਲ ਮਿਲਦਾ ਸਵਾਲ ਹੈ ਕਿ ਉਹ ਤਬਦੀਲੀ ਆਉਣੀ ਕਿਵੇਂ ਹੈ, ਦੁੱਖ ਸਾਡੇ ਦੂਰ ਹੋਣੇ ਕਿਵੇਂ ਹੈ। 1 ਮੀਲ ਪੱਥਰ ਪੰਜਾਬ ਦੇ ਲੋਕਾਂ ਨੇ ਸਰ ਕਰ ਲਿਆ ਤੇ ਅੱਜ 400 ਅੰਗ ਸੰਪੂਰਨ ਕਰਕੇ 1 ਮੀਲ ਪੱਥਰ ਆਪਾਂ ਵੀ ਸਰ ਕਰ ਲਵਾਂਗੇ। ਆਸਾ ਮਹਿਲਾ ਪੰਜਵਾਂ। ਜਾਂ ਪ੍ਰਭ ਕੀ ਹਉ ਚੇਰੁਲੀ, ਸੋ ਸਭ ਤੇ ਉੱਚਾ, ਸਭ ਕਿਛ ਤਾਂ ਕਾ ਕਾਂਢੀਐ, ਥੋਰਾ ਅਰਮੂਚਾ। ਚੇਰੁਲੀ ਤੋਂ ਭਾਵ ਦਾਸੀ, ਨਿਮਾਣੀ ਜਈ। ਕਾਂਢੀਐ ਤੋਂ ਭਾਵ ਜਾਣਿਆ ਜਾਣਾ, ਆਖਿਆ ਜਾਣਾ। ਗੁਰੂ ਸਾਹਿਬ ਕਹਿੰਦੇ ਇੱਕ ਜੀਵ ਇਸਤਰੀ ਦੇ ਪੱਖ ਤੋਂ ਗੱਲ ਕਰਦੇ ਹੋਏ ਕਹਿੰਦੇ, ਹੇ ਸਹੇਲੀਓ, ਮੈਂ ਜਿਸ ਪ੍ਰਭੂ ਦੀ ਨਿਮਾਣੀ ਜਿਹੀ ਦਾਸੀ ਹਾਂ, ਮੇਰਾ ਉਹ ਮਾਲਕ ਪ੍ਰਭੂ ਸਭਨਾਂ ਨਾਲੋਂ ਉੱਚਾ ਹੈ। ਜਾਂ ਪ੍ਰਭ ਕੀ ਹਉ ਚੇਰੁਲੀ, ਸੋ ਸਭ ਤੇ ਉੱਚਾ। ਸਭ ਕਿਛ ਤਾਂ ਕਾ ਕਾਂਢੀ ਹੈ। ਸਾਰਾ ਹੀ ਕੁਝ ਜੋ ਮੇਰੇ ਕੋਲ ਹੈ, ਜੋ ਹੋਰਾਂ ਕੋਲ ਹੈ, ਸਭ ਕੁਝ ਹੀ ਉਸ ਪ੍ਰਭੂ ਦਾ ਆਖਿਆ ਜਾਂਦਾ ਹੈ, ਉਸ ਪ੍ਰਭੂ ਦੀ ਮਲਕੀਅਤ ਮੰਨਿਆ ਜਾਂਦਾ ਹੈ। ਥੋੜਾ ਅਰਮੂਚਾ, ਬੇਸ਼ੱਕ ਥੋੜਾ ਬੇਸ਼ੱਕ ਬਹੁਤਾ ਹੈ, ਸਭ ਕੁਝ ਉਸ ਪਰਮਾਤਮਾ ਦਾ ਹੀ ਹੈ। ਜੀ ਪ੍ਰਾਨ ਮੇਰਾ ਧਨੁ, ਸਾਹਿਬ ਕੀ ਮੰਨੀਆਂ, ਨਾਮ ਜਿਸੈ ਕੈ ਉਜਲੀ, ਤਿਸ ਦਾਸੀ ਗਨੀਆਂ ਰਹਾਉ। ਹੇ ਸਹੇਲੀਓ, ਮੇਰੀ ਜਿੰਦ, ਮੇਰੇ ਪ੍ਰਾਣ, ਮੇਰਾ ਧਨ ਪਦਾਰਥ ਸਾਹਿਬ ਕੀ ਮੰਨੀ, ਇਹ ਸਭ ਕੁਝ ਮੈਂ ਆਪਣੇ ਮਾਲਕ ਪ੍ਰਭੂ ਦੀ ਦਿੱਤੀ ਹੋਈ ਦਾਤ ਮੰਨਦੀ ਹਾਂ। ਨਾਮ ਜਿਸੈ ਕੈ ਉਜਲੀ, ਜਿਸ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਮੇਰਾ ਮੁਖ ਉਜਲਾ ਹੋਇਆ ਹੈ, ਮੈਂ ਇੱਜ਼ਤ ਵਾਲੀ ਹੋ ਗਈ ਹਾਂ। ਤਿਸ ਦਾਸੀ ਗਨੀਆਂ, ਮੈਂ ਆਪਣੇ ਆਪ ਨੂੰ ਉਸ ਦੀ ਦਾਸੀ ਗਿਣਦੀ ਹਾਂ। ਵੇ ਪ੍ਰਵਾਹ ਆਨੰਦ ਮੈਂ, ਨਾਉ ਮਾਨਕ ਹੀਰਾ, ਰੱਜੀ ਧਾਈ ਸਦਾ ਸੁਖ, ਜਾਂ ਕਾ ਤੂੰ ਮੀਰਾ। ਹੇ ਮਾਲਕ ਪ੍ਰਭੂ, ਤੂੰ ਬੇਪਰਵਾਹ ਹੈ, ਤੈਨੂੰ ਕਿਸੇ ਦੀ ਮੁਥਾਜੀ ਨਹੀਂ, ਤੂੰ ਸਦਾ ਆਨੰਦ ਸਰੂਪ ਹੈ। ਤੇਰਾ ਨਾਮ ਮੇਰੇ ਵਾਸਤੇ ਮੋਤੀ ਹੈ, ਹੀਰਾ ਹੈ। ਹੇ ਪ੍ਰਭੂ, ਜਿਸ ਜੀਵ ਇਸਤਰੀ ਦਾ ਤੂੰ ਪਾਤਸ਼ਾਹ ਬਣਦਾ ਹੈ, ਮੀਰਾ ਤੋਂ ਭਾਵ ਪਾਤਸ਼ਾਹ, ਸਿਰ ਦਾ ਸਾਈਂ, ਮਾਲਕ, ਜਿਸ ਜੀਵ ਇਸਤਰੀ ਦਾ ਤੂੰ ਪਾਤਸ਼ਾਹ ਬਣਦਾ ਹੈ, ਉਹ ਮਾਇਆ ਵੱਲੋਂ ਰੱਜੀ ਰਹਿੰਦੀ ਹੈ, ਤ੍ਰਿਪਤ ਹੋਈ ਰਹਿੰਦੀ ਹੈ,
ਸਦਾ ਹੀ ਸੁੱਖ ਦੇ ਵਿੱਚ ਰਹਿੰਦੀ ਹੈ। ਰੱਜੀ ਧਾਈ ਸਦਾ ਸੁਖ ਜਾਕਾ ਤੂੰ ਮੀਰਾ। ਸਖੀ ਸਹੇਰੀ ਸੰਗ ਕੀ ਸੁਮਤ ਦਰੜਾਓ, ਸੇਵੋ ਸਾਧ ਭਾਉ ਕਰ ਤਉ ਨਿਧ ਹਰ ਪਾਵੋ। ਇਹ ਸਖੀਓ ਸਹੇਲੀਓ, ਮੈਂ ਤੁਹਾਨੂੰ ਇਹ ਭਲੀ ਸਲਾਹ ਮੁੜ ਮੁੜ ਚੇਤੇ ਕਰਾਂਦੀ ਹਾਂ, ਤੇ ਇਹ ਸਲਾਹ ਮੈਨੂੰ ਗੁਰੂ ਪਾਸੋਂ ਮਿਲੀ ਹੈ। ਤੁਸੀਂ ਸ਼ਰਧਾ ਪ੍ਰੇਮ ਧਾਰ ਕੇ ਗੁਰੂ ਦੀ ਸ਼ਰਨ ਪਵੋ। ਮੈਂ ਜਦੋਂ ਦੀ ਗੁਰੂ ਦੀ ਸ਼ਰਨ ਪਈ ਹਾਂ, ਤਦੋਂ ਤੋਂ ਪ੍ਰਮਾਤਮਾ ਦਾ ਨਾਮ ਖਜ਼ਾਨਾ ਪ੍ਰਾਪਤ ਕਰ ਰਹੀ ਹਾਂ। ਸਗਲੀ ਦਾਸੀ ਠਾਕੁਰੈ ਸਭ ਕਹਿਤੀ ਮੇਰਾ, ਜਿਸੈ ਸ਼ਿੰਗਾਰੇ ਨਾਨਕਾ ਤਿਸ ਸੁਖੈ ਵਸੇਰਾ। ਹੇ ਮੇਰੀਓ ਸਹੇਲੀਓ, ਹਰੇਕ ਜੀਵ ਇਸਤਰੀ ਹੀ ਮਾਲਕ ਪ੍ਰਭੂ ਦੀ ਦਾਸੀ ਹੈ। ਹਰੇਕ ਜੀਵ ਇਸਤਰੀ ਆਖਦੀ ਹੈ ਕਿ ਪ੍ਰਮਾਤਮਾ ਮੇਰਾ ਮਾਲਕ ਹੈ, ਪਰ ਹੇ ਨਾਨਕ, ਜੀਵ ਇਸਤਰੀ ਦੇ ਜੀਵਨ ਨੂੰ ਸੋਹਣਾ ਬਣਾਉਣ ਵਾਲਾ ਮਾਲਕ ਪ੍ਰਭੂ ਆਪ ਹੈ, ਜਿਸ ਦੇ ਉੱਪਰ ਉਹ ਪ੍ਰਮਾਤਮਾ ਮਿਹਰ ਕਰ ਦੇਵੇ। ਉਸ ਜੀਵ ਇਸਤਰੀ ਦਾ ਨਿਵਾਸ ਸੁੱਖ ਆਨੰਦ ਦੇ ਵਿੱਚ ਹੋਇਆ ਰਹਿੰਦਾ ਹੈ। ਆਸਾ ਮਹਿਲਾ ਪੰਜਵਾਂ। ਸੰਤਾਂ ਕੀ ਹੋਏ ਦਾਸਰੀ, ਇਹੋ ਅਚਾਰਾ ਸਿਖਰੀ। ਸਗਲ ਗੁਣਾ ਗੁਣ ਉਤਮੋ, ਭਰਤਾ ਦੂਰ ਨਾ ਪਿਖਰੀ। ਅਚਾਰਾ ਤੋਂ ਭਾਵ ਕਰਤਾ, ਭਰਤਾ ਤੋਂ ਭਾਵ ਖਸਮ ਪ੍ਰਭੂ। ਹੇ ਮੇਰੀਏ ਸੋਹਣੀਏ ਜਿੰਦੇ, ਤੂੰ ਸਤ ਸੰਗੀਆਂ ਦੀ ਨਿਮਾਣੀ ਜਿਹੀ ਦਾਸੀ ਬਣੀ ਰਹੋ। ਬਸ ਇਹ ਕਰਤੱਵ ਸਿੱਖ। ਸੰਤਾਂ ਕੀ ਹੋਏ ਦਾਸਰੀ, ਇਹੋ ਅਚਾਰਾ ਸਿਖਰੀ। ਸਗਲ ਗੁਣਾ ਗੁਣ ਉਤਮੋ। ਉਹ ਖਸਮ ਪ੍ਰਭੂ ਜੋ ਸਾਰੇ ਗੁਣਾਂ ਦਾ ਮਾਲਕ ਹੈ ਤੇ ਇਹਨਾਂ ਗੁਣਾਂ ਕਰਕੇ ਸਭਨਾਂ ਤੋਂ ਸ੍ਰੇਸ਼ਟ ਹੈ। ਭਰਤਾ ਦੂਰ ਨਾ ਬਿਖਰੀ। ਉਹਨੂੰ ਆਪਣੇ ਤੋਂ ਦੂਰ ਵਸਦਾ ਹੋਇਆ ਨਾ ਦੇਖ। ਇਹ ਨਾ ਮੰਨ ਕੇ ਚੱਲ ਕਿ ਉਹ ਪ੍ਰਮਾਤਮਾ ਤੇਰੇ ਤੋਂ ਕਿਤੇ ਦੂਰ ਵਸਦਾ ਹੈ, ਉਹ ਤੇ ਤੇਰੇ ਅੰਦਰ ਹੀ ਹੈ। ਇਹੋ ਮਨ ਸੁੰਦਰ ਆਪਣਾ, ਹਰ ਨਾਮ ਮਜੀਠੈ ਰੰਗਰੀ। ਤਿਆਗ ਸਿਆਣਪ ਚਾਤੁਰੀ, ਤੂੰ ਜਾਣ ਗੋਪਾਲੈ ਸੰਗਰੀ ਰਹਾਉ। ਹੇ ਮੇਰੀ ਸੋਹਣੀ ਜਿੰਦੇ, ਤੂੰ ਆਪਣੇ ਇਸ ਮਨ ਨੂੰ ਮਜੀਠ ਵਰਗੇ ਪੱਕੇ ਪ੍ਰਮਾਤਮਾ ਦੇ ਨਾਮ ਰੰਗ ਨਾਲ ਰੰਗ ਲੈ। ਆਪਣੇ ਅੰਦਰੋਂ ਸਿਆਣਪ ਤੇ ਚਤੁਰਾਈ ਛੱਡ ਕੇ, ਇਹ ਮਾਣ ਛੱਡ ਕੇ ਕਿ ਤੂੰ ਬੜੀ ਸਿਆਣੀ ਹੈ, ਬੜੀ ਚਤੁਰ ਹੈ, ਇਹ ਮਾਣ ਛੱਡ ਕੇ ਸ੍ਰਿਸ਼ਟੀ ਦੇ ਪਾਲਕ ਪ੍ਰਭੂ ਨੂੰ ਆਪਣੇ ਨਾਲ ਵਸਦਾ ਸਮਝਦੀ ਰਹਿ। ਭਰਤਾ ਕਹੈ ਸੁਮਾਨੀਐ, ਇਹੋ ਸ਼ਿੰਗਾਰ ਬਣਾਏ ਰੀ। ਦੂਜਾ ਭਾਉ ਵਿਸਾਰੀਐ, ਇਹੋ ਤੰਬੋਲਾ ਖਾਏ ਰੀ। ਹੇ ਮੇਰੀ ਸੋਹਣੀ ਜਿੰਦੇ, ਖਸਮ ਪ੍ਰਭੂ ਜੋ ਹੁਕਮ ਕਰਦਾ ਹੈ ਉਹ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ। ਭਰਤਾ ਕਹੈ ਸੋ ਮਾਨੀਏ, ਇਹੋ ਸ਼ਿੰਗਾਰ ਬਣਾਏ ਰੀ। ਬਸ ਇਸ ਗੱਲ ਨੂੰ ਆਪਣੇ ਜੀਵਨ ਦਾ, ਖਾਸ ਕਰਕੇ ਆਤਮਿਕ ਜੀਵਨ ਦਾ ਸ਼ਿੰਗਾਰ ਬਣਾਈ ਰੱਖ। ਪ੍ਰਮਾਤਮਾ ਤੋਂ ਬਿਨਾਂ ਹੋਰ ਮਾਇਆ ਆਦਿਕ ਦਾ ਪਿਆਰ ਭੁਲਾ ਦੇਣਾ ਚਾਹੀਦਾ ਹੈ। ਇਹ ਜੋ ਨਿਯਮ ਹੈ, ਮਾਇਆ ਦੇ ਪਿਆਰ ਨੂੰ ਭੁਲਾ ਦੇਣਾ, ਇਹ ਜੋ ਨਿਯਮ ਹੈ, ਇਹ ਸਾਡੇ ਆਤਮਿਕ ਜੀਵਨ ਵਾਸਤੇ ਮਾਨੋ ਪਾਨ ਦਾ ਬੀੜਾ ਹੈ। ਇਹ ਜਿੰਦੇ, ਜੇ ਪਾਨ ਖਾਣਾ ਹੀ ਹੈ ਤਾਂ ਇਹ ਵਾਲਾ ਖਾਇਆ ਕਰ। ਗੁਰ ਕਾ ਸ਼ਬਦ ਕਰ ਦੀਪ ਕੋ, ਇਹ ਸਤ ਕੀ ਸੇਜ ਵਿਛਾਏ ਰੀ। ਆਠ ਪਹਿਰ ਕਰ ਜੋੜ ਰੋ, ਤਉ ਭੇਟੈ ਹਰ ਰਾਏ ਰੀ। ਹੇ ਮੇਰੀ ਸੋਹਣੀ ਜਿੰਦੇ, ਸਤਿਗੁਰੂ ਦੇ ਸ਼ਬਦ ਨੂੰ ਦੀਵਾ ਬਣਾ। ਉਹ ਦੀਵਾ ਜੋ ਤੇਰੇ ਅੰਦਰ ਆਤਮਿਕ ਜੀਵਨ ਦਾ ਚਾਨਣ ਪੈਦਾ ਕਰੇ, ਤੇ ਉਸ ਆਤਮਿਕ ਜੀਵਨ ਦੀ ਆਪਣੇ ਹਿਰਦੇ ਵਿੱਚ ਸੇਜ ਵਿਛਾ। ਹੇ ਸੋਹਣੀ ਜਿੰਦੇ, ਆਪਣੇ ਅੰਦਰ ਆਤਮੇ ਅੱਠੇ ਪਹਿਰ ਦੋਵੇਂ ਹੱਥ ਜੋੜ ਕੇ ਪ੍ਰਭੂ ਚਰਨਾਂ ਵਿੱਚ ਟਿਕੀ ਰਹੋ। ਤਦੋਂ ਹੀ ਪ੍ਰਭੂ ਪਾਤਸ਼ਾਹ ਆ ਕੇ ਮਿਲਦਾ ਹੈ। ਤਿਸ ਹੀ ਚੱਜ ਸ਼ਿੰਗਾਰ ਸਭ ਸਾਈ ਰੂਪ ਪਿਆਰ ਰੀ। ਸਾਈਂ ਸੁਹਾਗਣ ਨਾਨਕਾ ਜੋ ਭਾਣੀ ਕਰਤਾਰ ਰੀ। ਹੇ ਨਾਨਕ ਆਖ, ਹੇ ਮੇਰੀ ਸੋਹਣੀ ਜਿੰਦੇ, ਉਸੇ ਜੀਵ ਇਸਤਰੀ ਦਾ ਸੁਚੱਜ ਮੰਨਿਆ ਜਾਂਦਾ ਹੈ, ਉਸੇ ਜੀਵ ਇਸਤਰੀ ਦਾ ਆਤਮਿਕ ਸ਼ਿੰਗਾਰ ਪ੍ਰਵਾਨ ਹੁੰਦਾ ਹੈ। ਉਹ ਜੀਵ ਇਸਤਰੀ ਸੁੰਦਰ ਰੂਪ ਵਾਲੀ ਸਮਝੀ ਜਾਂਦੀ ਹੈ, ਜੋ ਬੇਅੰਤ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਰਹਿੰਦੀ ਹੈ। ਹੇ ਜਿੰਦੇ,
ਉਹੀ ਜੀਵ ਇਸਤਰੀ ਸੁਹਾਗ ਭਾਗ ਵਾਲੀ ਹੈ ਜੋ ਕਰਤਾਰ ਨੂੰ ਪਿਆਰੀ ਲੱਗਦੀ ਹੈ, ਜੋ ਕਰਤਾਰ ਦੀ ਯਾਦ ਵਿੱਚ ਲੀਨ ਰਹਿੰਦੀ ਹੈ। ਆਸਾ ਮਹਿਲਾ ਪੰਜਵਾਂ। ਡੀਗਨ ਡੋਲਾ ਤਉ ਲਓ ਜੋ ਮਨ ਕੇ ਭਰਮਾ, ਭਰਮ ਕਾਟੇ ਗੁਰ ਆਪਣਾ ਪਾਏ ਵਿਸ਼ਰਾਮਾ। ਡੀਗਨ ਵਿਕਾਰਾਂ ਦੇ ਵਿੱਚ ਡਿੱਗ ਪੈਣਾ, ਡੋਲਾ ਮਨ ਦਾ ਮਾਇਆ ਦੇ ਮੋਹ ਵਿੱਚ ਡੋਲ ਜਾਣਾ, ਤਉ ਲਓ ਉਨਾ ਚਿਰ ਤੱਕ ਹੀ। ਹੇ ਭਾਈ, ਵਿਕਾਰਾਂ ਵਿੱਚ ਡਿੱਗਣ ਤੇ ਮੋਹ ਵਿੱਚ ਫਸਣ ਦਾ ਸਬੱਬ ਤਦੋਂ ਤੱਕ ਬਣਿਆ ਰਹਿੰਦਾ ਹੈ ਜੋ ਮਨ ਕੇ ਭਰਮਾਂ, ਜਦ ਤੱਕ ਮਨ ਭਟਕਣਾ ਦੇ ਵਿੱਚ ਪਿਆ ਹੈ, ਜਦ ਤੱਕ ਮਨ ਮਾਇਆ ਦੇ ਲਈ ਦੌੜ ਭੱਜ ਕਰ ਰਿਹਾ ਹੈ। ਭਰਮ ਕਾਟੇ ਗੁਰ ਆਪਣਾ, ਜੋ ਗੁਰੂ ਹੈ ਉਹ ਸਾਡੇ ਇਹ ਭਰਮ ਕੱਟ ਦਿੰਦਾ ਹੈ, ਉਹ ਸਾਡੀਆਂ ਇਹ ਭਟਕਣਾ ਦੂਰ ਕਰ ਦਿੰਦਾ ਹੈ। ਪਾਏ ਵਿਸ਼ਰਾਮਾ। ਤੇ ਜਿਹੜਾ ਗੁਰੂ ਦੇ ਲੜ ਲੱਗ ਕੇ, ਜਿਸ ਬੰਦੇ ਨੇ, ਜਿਸ ਇਨਸਾਨ ਨੇ ਗੁਰੂ ਦੇ ਲੜ ਲੱਗ ਕੇ ਆਪਣੀਆਂ ਇਹਨਾਂ ਭਟਕਣਾ ਨੂੰ, ਆਪਣੇ ਇਹਨਾਂ ਭਰਮਾਂ ਨੂੰ ਦੂਰ ਕਰ ਲਿਆ, ਪਾਏ ਵਿਸ਼ਰਾਮਾ, ਉਹ ਮਾਨਸਿਕ ਟਿਕਾਓ ਹਾਸਲ ਕਰ ਲੈਂਦਾ ਹੈ, ਸਹਿਜ ਹਾਸਲ ਕਰ ਲੈਂਦਾ ਹੈ। ਓਏ ਵਿਖਾਤੀ ਦੋਖੀਆ ਤੇ ਗੁਰ ਤੇ ਹੂਟੇ, ਹਮ ਛੂਟੇ ਅਬ ਉਹਨਾਂ ਤੇ, ਓਏ ਹਮ ਤੇ ਛੂਟੇ ਰਹਾਓ। ਹੇ ਭਾਈ, ਇਹ ਜਿਤਨੇ ਵੀ ਕਾਮ ਆਦਿਕ ਝਗੜਾਲੂ ਵੈਰੀ ਹਨ, ਗੁਰੂ ਦੀ ਸ਼ਰਨ ਪਿਆ ਇਹ ਸਾਰੇ ਹੀ ਥੱਕ ਗਏ ਹਨ, ਸਾਨੂੰ ਦੁਖੀ ਕਰਨੋਂ ਰਹਿ ਗਏ ਹਨ। ਹੁਣ ਉਹਨਾਂ ਪਾਸੋਂ ਸਾਡੀ ਖਲਾਸੀ ਹੋ ਗਈ ਹੈ ਤੇ ਉਹ ਸਾਡਾ ਖਹਿੜਾ ਛੱਡ ਗਏ ਨੇ, ਅਸੀਂ ਉਹਨਾਂ ਤੋਂ ਬਚ ਗਏ, ਉਹ ਸਾਡੇ ਤੋਂ ਦੂਰ ਚਲ ਗਏ। ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ, ਗੁਰ ਕਾਟੀ ਅਗਿਆਨਤਾ ਤਬ ਛੁੱਟ ਕੇ ਫੰਦਾ। ਜਦੋਂ ਤੱਕ ਇਨਸਾਨ ਮੇਰਾ ਤੇਰਾ ਜਾਣਦਾ ਹੈ, ਮੇਰ ਤੇਰ ਜਾਣਦਾ ਹੈ, ਵਿਤਕਰਾ ਜਾਣਦਾ ਹੈ, ਜਦ ਤੱਕ ਉਹਦੇ ਅੰਦਰ ਇਹ ਭਾਵ ਟਿਕਿਆ ਹੋਇਆ ਹੈ ਕਿ ਇਹ ਮੇਰਾ ਹੈ, ਇਹ ਤੇਰਾ ਹੈ, ਜੋ ਮੇਰਾ ਹੈ ਉਹ ਮੈਂ ਤੈਨੂੰ ਦੇਣਾ ਨਹੀਂ, ਕੋਸ਼ਿਸ਼ ਕਰੂੰਗਾ ਜੋ ਤੇਰਾ ਹੈ ਉਹ ਮੈਂ ਨਾ ਲਵਾਂ। ਹਾਲਾਂਕਿ ਅੰਦਰ ਅੱਗ ਜ਼ਰੂਰ ਹੈ ਕਿ ਜੋ ਤੇਰਾ ਹੈ ਉਹ ਵੀ ਮੈਂ ਹਾਸਲ ਕਰ ਲਾਂ, ਤੇ ਜੋ ਮੇਰਾ ਉਹ ਤਾਂ ਮੇਰਾ ਹੈਗਾ ਹੀ ਆ। ਸੋ ਜਦੋਂ ਤੱਕ ਮੇਰ ਤੇਰ ਸਾਡੇ ਅੰਦਰ ਟਿਕੀ ਹੋਈ ਹੈ, ਜਦੋਂ ਤੱਕ ਮਨੁੱਖ ਮੇਰਾ ਤੇਰਾ ਜਾਣਦਾ ਹੈ, ਤਬ ਹੀ ਤੇ ਬੰਦਾ, ਉਦੋਂ ਤੱਕ ਉਹ ਬੱਝਿਆ ਹੋਇਆ ਹੈ, ਮਾਇਆ ਦੇ ਮੋਹ ਦੇ ਬੰਧਨਾਂ ਦੇ ਵਿੱਚ ਬੱਝਿਆ ਹੋਇਆ। ਬਾਬੇ ਨਾਨਕ ਨੇ ਤਾਂ ਹੀ ਤੇਰਾ ਤੇਰਾ ਤੋਲਿਆ ਸੀ, ਕਿਉਂਕਿ ਉਹ ਸ਼ਖਸੀਅਤ ਇਹਨਾਂ ਬੰਧਨਾਂ ਤੋਂ ਬਹੁਤ ਪਹਿਲਾਂ ਆਜ਼ਾਦ ਹੋ ਚੁੱਕੀ ਸੀ। ਬਾਬੇ ਦੇ ਅੰਦਰੋਂ ਮੇਰ ਤੇਰ ਖਤਮ ਹੋ ਚੁੱਕਿਆ ਸੀ, ਸਿਰਫ ਤੇਰਾ ਤੇਰਾ ਹੀ ਰਹਿ ਗਿਆ ਸੀ। ਸੋ ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ, ਗੁਰ ਕਾਟੀ ਅਗਿਆਨਤਾ ਤਬ ਛੁੱਟ ਕੇ ਫੰਦਾ। ਜੇ ਗੁਰੂ ਦੇ ਲੜ ਲੱਗ ਜਾਈਏ, ਗੁਰੂ ਸਾਡੇ ਅੰਦਰੋਂ ਅਗਿਆਨਤਾ ਨੂੰ ਦੂਰ ਕਰ ਦਿੰਦਾ ਹੈ, ਮੇਰ ਤੇਰ ਨੂੰ ਸਾਡੇ ਅੰਦਰੋਂ ਮਿਟਾ ਦਿੰਦਾ ਹੈ, ਤੇ ਇਹ ਜੋ ਮਾਇਆ ਦੇ ਮੋਹ ਦੇ ਫਾਹੇ ਸਾਡੇ ਗਲ 'ਚ ਪਏ ਹੁੰਦੇ ਨੇ, ਇਹਨਾਂ ਨੂੰ ਕੱਟ ਦਿੰਦਾ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ, ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਜਦੋਂ ਤੱਕ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝਦਾ, ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ, ਉਨਾ ਕੁ ਚਿਰ ਹੀ ਦੁਖੀ ਰਹਿੰਦਾ ਹੈ। ਜਿਸ ਮਨੁੱਖ ਨੇ ਪ੍ਰਭੂ ਦੀ ਰਜ਼ਾ ਨੂੰ ਸਮਝ ਲਿਆ, ਉਹ ਤੇ ਇਹ ਗੱਲ ਸਮਝ ਜਾਂਦਾ ਕਿ ਜੋ ਕੁਝ ਵੀ ਵਾਪਰ ਰਿਹਾ ਹੈ ਪਰਮਾਤਮਾ ਦੀ ਰਜ਼ਾ ਅਧੀਨ ਹੀ ਵਾਪਰ ਰਿਹਾ ਹੈ। ਉਹ ਨਹੀਂ ਉਛਲਦਾ, ਉਹ ਨਹੀਂ ਦੁਖੀ ਹੁੰਦਾ। ਜਦੋਂ ਤੱਕ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝਦਾ, ਉਦੋਂ ਤੱਕ ਦੁਖੀ ਰਹਿੰਦਾ ਹੈ। ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਜਦੋਂ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੀ ਰਜ਼ਾ ਨੂੰ ਪਛਾਣ ਲਿਆ, ਸਮਝ ਲਿਆ, ਤਾਂ ਸੁਖੀ ਹੋ ਜਾਂਦਾ ਹੈ। ਨਾ ਕੋ ਦੁਸ਼ਮਣ ਦੋਖੀਆ ਨਾਹੀ ਕੋ ਮੰਦਾ, ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਮੰਦਾ। ਇਹ ਨਾਨਕ, ਜਿਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਕੇ ਪ੍ਰਮਾਤਮਾ ਦਾ ਸੇਵਕ ਬਣ ਜਾਂਦਾ ਹੈ, ਖਸਮ ਪ੍ਰਭੂ ਦਾ ਗੁਲਾਮ ਬਣ ਜਾਂਦਾ ਹੈ, ਉਸ ਨੂੰ ਕੋਈ ਮਨੁੱਖ ਆਪਣਾ ਦੁਸ਼ਮਣ ਨਹੀਂ ਦਿਸਦਾ, ਕੋਈ ਵੀ ਉਹਨੂੰ ਵੈਰੀ ਨਹੀਂ ਜਾਪਦਾ, ਕੋਈ ਉਸ ਨੂੰ ਭੈੜਾ ਨਹੀਂ ਲੱਗਦਾ।
ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚੋਂ ਦੋ ਪ੍ਰਮੁੱਖ ਸੰਦੇਸ਼, ਦੋ ਪ੍ਰਮੁੱਖ ਪਾਠ ਜੋ ਅਸੀਂ ਪੜ੍ਹੇ, ਉਹ ਦੋਵੇਂ ਹੀ ਇਸ ਆਖਰੀ ਸ਼ਬਦ ਦੇ ਵਿੱਚ ਆਏ ਨੇ। ਦੋ ਸਵਾਲ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਪਾਏ ਸੀ ਕਿ ਕਦੋਂ ਤੱਕ ਵਿਕਾਰਾਂ ਦੇ ਵਿੱਚ ਡਿੱਗਣ ਤੇ ਮੋਹ ਦੇ ਵਿੱਚ ਫਸਣ ਦਾ ਸਬੱਬ ਬਣਿਆ ਰਹਿੰਦਾ ਹੈ। ਉਹ ਸਬੱਬ ਹੈ ਜਿਹੜਾ ਕਿਵੇਂ ਟੁੱਟਦਾ ਹੈ, ਕਿਵੇਂ ਦੂਰ ਹੁੰਦਾ ਹੈ। ਤੇ ਦੂਸਰਾ ਕਿ ਮਨੁੱਖ ਦੁਖੀ ਕਦੋਂ ਤੱਕ ਰਹਿੰਦਾ ਹੈ ਤੇ ਉਹ ਦੁੱਖ ਕਿਵੇਂ ਦੂਰ ਹੁੰਦਾ ਹੈ। ਆਖਰੀ ਸ਼ਬਦ ਦੇ ਵਿੱਚ ਇਹਨਾਂ ਦੋਨਾਂ ਹੀ ਸਵਾਲਾਂ ਦੇ ਉੱਤਰ ਸਾਨੂੰ ਮਿਲ ਗਏ। ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਵਿਕਾਰਾਂ 'ਚ ਡਿੱਗਣ ਤੇ ਮੋਹ 'ਚ ਫਸਣ ਦਾ ਸਬੱਬ ਉਦੋਂ ਤੱਕ ਬਣਿਆ ਰਹਿੰਦਾ ਜਦੋਂ ਤੱਕ ਅਸੀਂ ਮਾਇਆ ਦੀ ਭੱਜ ਦੌੜ 'ਚ ਲੱਗੇ ਹਾਂ। ਗੁਰੂ ਦੇ ਲੜ ਲੱਗ ਕੇ ਜੇ ਇਸ ਭੱਜ ਦੌੜ ਨੂੰ ਮੁਕਾ ਲਈਏ ਤੇ ਵਿਕਾਰਾਂ 'ਚ ਡਿੱਗਣ ਦਾ ਸਬੱਬ ਵੀ ਨਾਲ ਹੀ ਮੁੱਕ ਜਾਂਦਾ ਹੈ। ਦੁਖੀ ਅਸੀਂ ਉਦੋਂ ਤੱਕ ਹੁੰਨੇ ਹਾਂ ਜਦੋਂ ਤੱਕ ਪ੍ਰਮਾਤਮਾ ਦੀ ਰਜ਼ਾ ਨੂੰ ਨਹੀਂ ਸਮਝਦੇ। ਇਹ ਵੀ ਗੁਰੂ ਦੇ ਲੜ ਲੱਗ ਕੇ ਜਦੋਂ ਪ੍ਰਭੂ ਦੀ ਰਜ਼ਾ ਨੂੰ ਸਮਝ ਲਈਏ ਤੇ ਦੁਖੀ ਹੋਣੋਂ ਵੀ ਹਟ ਜਾਂਦੇ ਹਾਂ। ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਵੀ ਤੁਹਾਨੂੰ ਚੰਗੀ ਲੱਗੀ ਹੋਏਗੀ, ਕੁਝ ਸਿੱਖਣ ਨੂੰ ਮਿਲਿਆ ਹੋਏਗਾ, ਮਨ ਨੂੰ ਧਰਵਾਸ ਮਿਲਿਆ ਹੋਏਗਾ। ਹੋ ਸਕੇ ਤੇ ਅੱਗੇ ਲੋਕਾਂ ਤੱਕ ਪਹੁੰਚਦੀ ਜ਼ਰੂਰ ਕਰ ਦਿਓ। ਇੱਥੇ ਹੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।